ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਚੌਥਾ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਹਰ ਪਾਇਆ ਉਦਰ ਮੰਝਾਰ। ਹਰ ਧਿਆਵੈ ਹਰ ਉਚਰੈ ਵਣਜਾਰਿਆ ਮਿੱਤਰਾ, ਹਰ ਹਰ ਨਾਮ ਸਮਾਰ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਹਰ ਪਾਇਆ ਉਦਰ ਮੰਝਾਰ। ਹਰ ਧਿਆਵੈ ਹਰ ਉਚਰੈ ਵਣਜਾਰਿਆ ਮਿੱਤਰਾ, ਹਰ ਹਰ ਨਾਮ ਸਮਾਰ। ਹਰ ਹਰ ਨਾਮ ਜਪਿਆ ਰਾਧੇ, ਵਿੱਚ ਅਗਨੀ ਹਰ ਜਪ ਜੀਵਿਆ। ਬਾਹਰ ਜਨਮ ਭਇਆ ਮੁਖ ਲਾਗਾ, ਸਰਸੇ ਪਿਤਾ ਮਾਤ ਥੀਵਿਆ। ਜਿਸ ਕੀ ਵਸਤ ਤਿਸ ਚੇਤਹੁ ਪ੍ਰਾਣੀ, ਕਰ ਹਿਰਦੈ ਗੁਰਮੁਖ ਵਿਚਾਰ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹਰ ਜਪੀਐ ਕਿਰਪਾ ਧਾਰ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹਰ ਜਪੀਐ ਕਿਰਪਾ ਧਾਰ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਹਰ ਪਾਇਆ ਉਦਰ ਮੰਝਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਸਤਿਗੁਰੂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਬਹਾਨਾ ਤੇ ਕੋਈ ਵੀ ਬਣਦਾ ਹੈ, ਕਿਸੇ ਵੀ ਪ੍ਰਥਾਏ ਮਹਾਂਪੁਰਖ ਜੋ ਵੀ ਬਾਣੀ ਬੋਲਦੇ ਹਨ, ਉਹ ਸਾਰੇ ਵਿਸ਼ਵ ਲਈ ਸਾਂਝੀ ਹੁੰਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਟਾਂਡੇ ਪਿੰਡ ਵਿੱਚ ਗਏ। ਉਹ ਇੱਕ ਵਣਜਾਰਿਆਂ ਦਾ ਪਿੰਡ ਸੀ। ਉਹਨਾਂ ਵਣਜਾਰਿਆਂ ਦਾ ਮੁਖੀ, ਜਿਸਨੂੰ ਨਾਇਕ ਕਹਿੰਦੇ ਹਨ, ਉਹਦੇ ਘਰ ਪੁੱਤਰ ਪੈਦਾ ਹੋਇਆ। ਘਰ ਦੇ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਸਾਰਾ ਪਿੰਡ ਇਕੱਠਾ ਹੋਇਆ ਹੈ। ਸਾਰੇ ਉਸ ਨਾਇਕ ਨੂੰ ਵਧਾਈਆਂ ਦਿੰਦੇ ਹਨ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਭਾਈ ਮਰਦਾਨੇ ਨੇ ਆਖਿਆ, ਸੱਚੇ ਪਾਤਸ਼ਾਹ, ਇਹ ਲੋਕ ਆਪਣੀਆਂ ਖੁਸ਼ੀਆਂ ਵਿੱਚ ਇੰਨੇ ਮਗਨ ਹਨ, ਇਹਨਾਂ ਨੂੰ ਇਸ ਗੱਲ ਦਾ ਖਿਆਲ ਤੱਕ ਵੀ ਨਹੀਂ ਆਇਆ ਬਈ ਗੁਰੂ ਮਹਾਰਾਜ ਇੱਥੇ ਸਾਡੇ ਨੇੜੇ ਆਏ ਬੈਠੇ ਹਨ, ਕੋਈ ਇਹਨਾਂ ਦੀ ਸੇਵਾ ਹੀ ਪੁੱਛ ਲਈਏ, ਕੋਈ ਉਹਨਾਂ ਨੂੰ ਜਲ ਪਾਣੀ, ਕੋਈ ਲੰਗਰ ਹੀ ਛਕਾ ਦਈਏ। ਇਹ ਆਪਣੀਆਂ ਖੁਸ਼ੀਆਂ ਦੇ ਵਿੱਚ ਹੀ ਇੰਨੇ ਮਸ਼ਰੂਫ ਹੋ ਗਏ, ਇਹਨਾਂ ਨੂੰ ਸਭ ਕੁਝ ਹੀ ਭੁੱਲ ਗਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਭਾਈ ਮਰਦਾਨਿਆ, ਇਹ ਖੁਸ਼ੀਆਂ ਬਹੁਤੀ ਦੂਰ ਰਹਿਣ ਵਾਲੀਆਂ ਨਹੀਂ ਹੁੰਦੀਆਂ, ਇਸ ਲਈ ਕੁਛ ਭਾਣਾ ਵਰਤਣ ਵਾਲਾ ਹੀ ਹੈ। ਭਾਈ ਮਰਦਾਨਾ ਹੈਰਾਨ ਹੋਇਆ, ਕਹਿੰਦਾ, ਮਹਾਰਾਜ ਉਹ ਕੀ ਭਾਣਾ ਵਰਤਣ ਵਾਲਾ ਹੈ? ਸਤਿਗੁਰੂ ਕਹਿਣ ਲੱਗੇ, ਕੱਲ ਨੂੰ ਸਭ ਕੁਝ ਪਤਾ ਲੱਗ ਜਾਵੇਗਾ। ਜਿਹੜਾ ਪੁੱਤਰ ਨਾਇਕ ਦੇ ਘਰ ਪੈਦਾ ਹੋਇਆ ਸੀ, ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਉਹ ਕੁਛ ਲੈਣ ਦੇਣ ਦੇ ਸੰਬੰਧ ਕਰਕੇ ਹੀ ਆਇਆ ਸੀ ਔਰ ਉਹ ਚੜ੍ਹਾਈ ਕਰ ਗਿਆ। ਚੜ੍ਹਾਈ ਕਰਨ ਤੋਂ ਬਾਅਦ ਸਾਰੀਆਂ ਹੀ ਖੁਸ਼ੀਆਂ ਤੇ ਮਾਤਮ ਦਾ ਪਾਣੀ ਫਿਰ ਗਿਆ। ਜਿੱਥੇ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ, ਹੁਣ ਉੱਥੇ ਮਕਾਣਾ ਆਉਣ ਲੱਗੀਆਂ, ਰੋਣਾ ਪਿੱਟਣਾ ਸ਼ੁਰੂ ਹੋ ਗਿਆ। ਅਖੀਰ ਇਸ ਨਾਇਕ ਦਾ ਮਨ ਇੰਨਾ ਡੋਲਿਆ, ਰੋਣੋਂ ਹੀ ਨਾ ਹਟੇ। ਅਖੀਰ ਭਾਈ ਮਰਦਾਨੇ ਦੇ ਮਨ ਵਿੱਚ ਤਰਸ ਆਇਆ, ਕਹਿੰਦਾ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਇਸ ਨੂੰ ਆਪ ਜੀ ਦੇ ਚਰਨਾਂ ਦੇ ਵਿੱਚ ਲੈ ਆਵਾਂ। ਸਤਿਗੁਰੂ ਕਹਿਣ ਲੱਗੇ, ਤੇਰੀ ਮਰਜ਼ੀ ਹੈ। ਭਾਈ ਮਰਦਾਨੇ ਨੇ ਜਾ ਕੇ ਨਾਇਕ ਦੇ ਸੇਵਾਦਾਰਾਂ ਨੂੰ ਆਖਿਆ, ਬਈ ਤੁਸੀਂ ਰੋਂਦੇ ਕਿਉਂ ਹੋ? ਉਹਨਾਂ ਆਖਿਆ, ਬਈ ਸਾਡੇ ਨਾਇਕ ਦੇ ਘਰ ਮਸਾਂ ਪੁੱਤਰ ਹੋਇਆ ਸੀ, ਉਹ ਚੜ੍ਹਾਈ ਕਰ ਗਿਆ, ਇਸ ਲਈ ਅਸੀਂ ਰੋ ਰਹੇ ਹਾਂ। ਭਾਈ ਮਰਦਾਨਾ ਕਹਿਣ ਲੱਗਾ, ਤੁਸੀਂ ਜਾਓ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਲੀ ਕਰਨਗੇ। ਉਹ ਇਸ ਨਾਇਕ ਨੂੰ ਲੈ ਕੇ ਸਤਿਗੁਰੂ ਦੇ ਚਰਨਾਂ ਵਿੱਚ ਪੁੱਜੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਨੂੰ ਵਣਜਾਰਿਆ ਮਿੱਤਰਾ ਨਾਮ ਦੇ ਨਾਲ ਸੰਬੋਧਨ ਕਰਕੇ 2 ਸ਼ਬਦਾਂ ਦੁਆਰਾ ਉਪਦੇਸ਼ ਦਿੱਤਾ, ਜਿਸ ਦਾ ਸਦਕਾ ਇਹਦੇ ਘਰ ਦੇ ਵਿੱਚ ਕੁਝ ਸ਼ਾਂਤੀ ਵਰਤੀ, ਇਹਦੇ ਮਨ ਨੂੰ ਵੀ ਧੀਰਜ ਹਾਸਲ ਹੋਇਆ। ਹੁਣ ਜਦੋਂ ਇਸ ਦੇ ਮਨ ਨੂੰ ਧੀਰਜ ਹਾਸਲ ਹੋਇਆ ਤਾਂ ਉਸ ਵੇਲੇ ਨਾਇਕ ਨੇ ਤੇ ਨਾਲ ਸਾਰੇ ਪਰਿਵਾਰ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਹੁਣ ਕਿਰਪਾ ਕਰੋ, ਇਹਦੇ ਘਰ ਦੇ ਵਿੱਚ ਪੁੱਤਰ ਨਹੀਂ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਤੁਸੀਂ ਸੰਗਤ ਦੀ ਸੇਵਾ ਕਰੋ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇਗਾ। ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ। ਅਖੀਰ ਸਮਾਂ ਪਾ ਕੇ ਇਸ ਨਾਇਕ ਦੇ ਘਰ ਪੁੱਤਰ ਪੈਦਾ ਹੋਇਆ। ਅਖੀਰ ਜਦੋਂ ਵੱਡਾ ਹੋਇਆ ਤੇ ਉਸ ਨੂੰ ਘਰਦਿਆਂ ਨੇ ਦੱਸਿਆ, ਤੇਰੇ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਹੋਈ, ਉਹਨਾਂ ਦੇ ਬਚਨਾਂ ਦਾ ਸਦਕਾ ਹੀ ਤੇਰਾ ਜਨਮ ਹੋਇਆ ਹੈ। ਇਹ ਕਹਿਣ ਲੱਗਾ, ਉਹ ਇਸ ਵੇਲੇ ਕਿੱਥੇ ਨੇ? ਤਾਂ ਪਤਾ ਲੱਗਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਾਂ ਜੋਤੀ ਜੋਤ ਸਮਾ ਚੁੱਕੇ ਹਨ ਔਰ ਉਹਨਾਂ ਦੇ ਚੌਥੇ ਥਾਂ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਗਰ ਆਬਾਦ ਕਰ ਰਹੇ ਹਨ। ਜਦੋਂ ਇਸ ਨਾਇਕ ਦੇ ਪੁੱਤਰ ਨੂੰ ਇਸ ਗੱਲ ਦਾ ਪਤਾ ਚੱਲਿਆ
ਇਹ ਕੁਝ ਭੇਟਾ ਲੈ ਕੇ, ਕੁਛ ਪਰਿਵਾਰ ਨੂੰ ਨਾਲ ਲੈ ਕੇ, ਕੁਛ ਸੇਵਾਦਾਰ ਲੈ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਹੁੰਚਿਆ। ਹੁਣ ਵੀ ਉਧਰ ਸ੍ਰੀ ਨਾਨਕ ਮਤਾ ਸਾਹਿਬ ਜੀ ਦੇ ਆਲੇ ਦੁਆਲੇ ਕੁਝ ਵਣਜਾਰਿਆਂ ਦੇ ਪਿੰਡ ਵੀ ਹਨ, ਜਿਹੜੇ ਪੁਰਾਤਨ ਤਾਂ ਸਿੱਖ ਹੀ ਸਨ, ਪਰ ਉਹ ਕੇਵਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਹੀ ਜਾਣਦੇ ਨੇ। ਅੱਗੇ ਉਹਨਾਂ ਨੂੰ ਸਿੱਖ ਸਤਿਗੁਰੂ ਸਾਹਿਬਾਨ ਦੇ ਬਾਰੇ ਜਾਣਕਾਰੀ ਬਹੁਤ ਘੱਟ ਹੈ। ਜਿੰਨੀਆਂ ਵੀ ਉਹ ਰਸਮਾਂ ਨੇ, ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਹੀ ਆਰੰਭ ਕਰਦੇ ਹਨ। ਕਹਿਣ ਤੋਂ ਭਾਵ ਇਹ ਉਸ ਯੂਪੀ ਦੇ ਇਲਾਕੇ ਵਿੱਚ ਟਾਂਡਾ ਪਿੰਡ ਹੈ, ਜਿੱਥੇ ਵਣਜਾਰਿਆਂ ਦੇ ਹੋਰ ਵੀ ਪਿੰਡ ਨੇ, ਔਰ ਇਹ ਉੱਥੋਂ ਚੱਲ ਕੇ ਨਾਇਕ ਦਾ ਪੁੱਤਰ ਆਇਆ ਸੀ। ਤੇ ਹੁਣ ਵੀ ਬਹੁਤ ਸਾਰੇ ਵਣਜਾਰੇ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੇ ਨੇ, ਪਰ ਉਹਨਾਂ ਨੂੰ ਕੇਵਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਾਰੇ ਹੀ ਵਧੇਰੇ ਪਤਾ ਹੈ, ਕਿਉਂਕਿ ਬਜ਼ੁਰਗਾਂ ਤੋਂ ਅੱਗੇ ਉਹਨਾਂ ਨੇ ਸੁਣਿਆ ਹੋਇਆ ਹੈ ਬਈ ਗੁਰੂ ਮਹਾਰਾਜ ਸਾਡੇ ਪਿੰਡ ਵਿੱਚ ਆਏ ਸਨ। ਹੁਣ ਉਹ ਨਾਇਕ ਦਾ ਪੁੱਤਰ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ ਤੇ ਆ ਕੇ ਬੇਨਤੀ ਕੀਤੀ, ਮਹਾਰਾਜ, ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮੇਰੇ ਪਿਤਾ ਨੂੰ ਉਪਦੇਸ਼ ਦਿੱਤਾ ਸੀ, ਤੇ ਹੁਣ ਕਿਰਪਾ ਕਰੋ ਉਹ ਜੀ ਤਾਰੇ ਤੇ ਉਸੇ ਤਰ੍ਹਾਂ ਹੀ ਆਪ ਜੀ ਵੀ ਮੈਨੂੰ ਉਪਦੇਸ਼ ਦਿਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਅਗਲਾ ਪਹਿਰਿਆਂ ਦਾ ਸ਼ਬਦ ਉਚਾਰਨ ਕੀਤਾ ਹੈ, ਕਿਉਂਕਿ ਪਹਿਲੇ ਦੋ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਉਚਾਰਨ ਕੀਤੇ ਸਨ, ਜੋ ਉਸ ਨਾਇਕ ਦੇ ਪ੍ਰਥਾਏ ਉਚਾਰਨ ਕੀਤੇ। ਹੁਣ ਅੱਗੇ ਚੌਥੇ ਪਾਤਸ਼ਾਹ ਦਾ ਸ਼ਬਦ ਆ ਰਿਹਾ ਹੈ, ਇਹ ਉਸ ਨਾਇਕ ਦੇ ਪੁੱਤਰ ਦੇ ਪ੍ਰਥਾਏ ਉਚਾਰਨ ਕੀਤਾ। ਮਹਾਂਪੁਰਖ ਦੱਸਦੇ ਹਨ, ਇਤਿਹਾਸਕ ਪੱਖ ਤੋਂ ਇਸ ਤਰ੍ਹਾਂ ਹੀ ਵਿਚਾਰ ਸੁਣੀ ਜਾਂਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸੇ ਹੀ ਸ਼ੈਲੀ, ਉਸੇ ਹੀ ਵੰਨਗੀ ਦੇ ਨਾਲ ਉਸ ਨੂੰ ਵਣਜਾਰਿਆ ਮਿੱਤਰਾ ਸ਼ਬਦ ਨਾਲ ਸੰਬੋਧਨ ਕਰਕੇ ਕਿਵੇਂ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਚੌਥਾ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਹਰ ਪਾਇਆ ਉਦਰ ਮੰਝਾਰ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਉਸ ਵਣਜਾਰੇ ਦੇ ਪੁੱਤਰ ਨੂੰ ਵਣਜਾਰਿਆ ਮਿੱਤਰਾ ਕਹਿ ਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਸਿਧਾਂਤਕ ਪੱਖ ਤੋਂ ਹਰ ਜੀਵ ਹੀ ਇੱਕ ਵਣਜਾਰਾ ਹੈ। ਕਿਉਂ? ਸਤਿਗੁਰੂ ਦੇ ਬਚਨ ਹਨ, 14 ਭਵਨ ਤੇਰੇ ਹਟ ਨਾਲੇ, ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਹਟ ਹੋਆ ਵਪਾਰ, ਜੋ ਪਹੁੰਚੈ ਸੋ ਚੱਲਣ ਹਾਰ। ਭਗਤ ਕਬੀਰ ਜੀ ਨੇ ਲਿਖਿਆ ਹੈ, ਕਿਨਹੀ ਬਣ ਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਇਹ ਸਾਰੇ ਜੀਵ ਹੀ ਵਣਜਾਰੇ ਨੇ। ਹਜ਼ੂਰ ਕਹਿੰਦੇ, ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ। ਇਹ ਜੀਵ ਰੂਪ ਵਣਜਾਰਿਆ ਮਿੱਤਰਾ ਇਸ ਜ਼ਿੰਦਗੀ ਦੇ ਪਹਿਲੇ ਪਹਿਰ ਦੇ ਅੰਦਰ, ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਉਸ ਸਮੇਂ ਨੂੰ ਸਤਿਗੁਰੂ ਨੇ ਜ਼ਿੰਦਗੀ ਦਾ ਪਹਿਲਾ ਪਹਿਰ ਲਿਖਿਆ ਹੈ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਹਰ ਪਾਇਆ ਉਦਰ ਮੰਝਾਰ। ਇਹ ਜੀਵ ਰੂ ਵਣਜਾਰਿਆ ਮਿੱਤਰਾ ਇਸ ਜ਼ਿੰਦਗੀ ਰੂਪੀ ਰਾਤ ਦੇ ਪਹਿਲੇ ਪਹਿਰ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਨੇ
ਤੈਨੂੰ ਮਾਤਾ ਦੇ ਉਦਰ ਦੇ ਵਿੱਚ ਪ੍ਰਵੇਸ਼ ਕਰ ਦਿੱਤਾ। ਹਰ ਧਿਆਵੈ ਹਰ ਉਚਰੈ ਵਣਜਾਰਿਆ ਮਿੱਤਰਾ, ਹਰ ਹਰ ਨਾਮ ਸਮਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਐ ਵਣਜਾਰਿਆ ਮਿੱਤਰਾ, ਜਦੋਂ ਤੂੰ ਮਾਤਾ ਦੇ ਗਰਭ ਦੇ ਵਿੱਚ ਪ੍ਰਵੇਸ਼ ਹੋਇਆ ਉਸ ਵੇਲੇ ਹਰ ਧਿਆਵੈ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਵਾਸ ਸਵਾਸ ਚੇਤੇ ਕਰ ਰਿਹਾ ਸੀ ਤੇ ਹਰ ਉਚਰੈ ਤੇ ਆਪਣੀ ਰਸਨਾ ਤੋਂ ਵੀ ਵਾਹਿਗੁਰੂ 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 ਨਾਮ ਉਚਾਰਨ ਕਰਦਾ ਸੀ। ਹਰ ਹਰ ਨਾਮ ਸੰਭਾਰ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਭਾਈ ਹੁਣ ਵੀ ਸੰਭਾਲ। ਤੂੰ ਮਾਤਾ ਦੇ ਗਰਭ ਦੇ ਵਿੱਚ ਵੀ ਵਾਹਿਗੁਰੂ ਦਾ ਸਿਮਰਨ ਕਰਦਾ ਸੀ, ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਹੋਰ ਥਾਂ ਤੇ ਸਪਸ਼ਟ ਕੀਤਾ ਹੈ ਕਿ ਜੀਵ ਮਾਤਾ ਦੇ ਗਰਭ ਦੇ ਵਿੱਚ ਕਿਵੇਂ ਸਿਮਰਨ ਕਰਦਾ ਸੀ। ਸਤਿਗੁਰੂ ਦੇ ਬਚਨ ਹਨ ਕਿ ਮਾਤਾ ਦੇ ਗਰਭ ਦੇ ਵਿੱਚ ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਉਸ ਸਿਮਰਨ ਦੀ ਸ਼ਕਤੀ ਨਾਲ ਹੀ ਵਾਹਿਗੁਰੂ ਵੱਲੋਂ ਰੱਖਿਆ ਵੀ ਹੁੰਦੀ ਸੀ। ਇਸੇ ਲਈ ਹਜ਼ੂਰ ਕਹਿੰਦੇ, ਐ ਜੀਵ ਰੂਪ ਵਣਜਾਰਿਆ ਮਿੱਤਰਾ, ਤੂੰ ਮਾਤਾ ਦੇ ਗਰਭ ਦੇ ਵਿੱਚ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦਾ ਸੀ ਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਵੀ ਕਰਦਾ ਸੀ ਤੇ ਹਰ ਹਰ ਨਾਮ ਸੰਭਾਰ ਤੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਸੰਭਾਲ ਰਿਹਾ ਸੀ। ਹਰ ਹਰ ਨਾਮ ਜਪੇ ਆਰਾਧੇ, ਵਿੱਚ ਅਗਨੀ ਹਰ ਜਪ ਜੀਵਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਜੀਵ ਰੂਪ ਵਣਜਾਰਿਆ ਮਿੱਤਰਾ, ਤੂੰ ਮਾਤਾ ਦੇ ਗਰਭ ਦੇ ਵਿੱਚ ਹਰ ਹਰ ਨਾਮ ਜਪੇ, ਵਾਹਿਗੁਰੂ ਵਾਹਿਗੁਰੂ ਨਾਮ ਨੂੰ ਰਸਨਾ ਤੋਂ ਵੀ ਜਪਦਾ ਸੀ ਤੇ ਮਨ ਦੁਆਰਾ ਵੀ ਉਸ ਨੂੰ ਚੇਤੇ ਕਰਦਾ ਸੀ। ਵਿੱਚ ਅਗਨੀ ਹਰ ਜਪ ਜੀਵਿਆ। ਮਾਤਾ ਦੇ ਗਰਭ ਦੇ ਵਿੱਚ ਜਿਹੜੀ ਜਠਰਾਗਨ ਅਗਨੀ ਸੀ, ਉਹਦੇ ਵਿੱਚ ਵਾਹਿਗੁਰੂ ਦਾ ਨਾਮ ਜਪ ਕੇ ਹੀ ਤੂੰ ਜੀਵਿਆ ਸੀ। ਭਾਵ ਉਸ ਨਾਮ ਦੇ ਆਸਰੇ ਹੀ ਤੇਰੀ ਜ਼ਿੰਦਗੀ ਉੱਥੇ ਸਹੀ ਸਲਾਮਤ ਸੀ। ਬਾਹਰ ਜਨਮ ਭਇਆ ਮੁਖ ਲਾਗਾ, ਸਰਸੇ ਪਿਤਾ ਮਾਤ ਥੀਵਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਾਹਰ ਜਨਮ ਭਇਆ, ਜਦੋਂ ਤੇਰਾ ਜਨਮ ਹੋਇਆ ਤੇ ਮਾਤਾ ਦੇ ਗਰਭ ਤੋਂ ਬਾਹਰ ਆ ਗਿਆ, ਮੁਖ ਲਾਗਾ, ਫਿਰ ਤੂੰ ਆਪਣੇ ਮਾਤਾ ਪਿਤਾ ਦੇ ਮੱਥੇ ਲੱਗਿਆ। ਸਰਸੇ ਪਿਤਾ ਮਾਤ ਥੀਵਿਆ। ਉਸ ਵੇਲੇ ਮਾਤਾ ਪਿਤਾ ਬਹੁਤ ਪ੍ਰਸੰਨ ਹੋਏ, ਬੜੇ ਖੁਸ਼ ਹੋਏ। ਜਦੋਂ ਕਿਸੇ ਦੇ ਘਰੇ ਪੁੱਤਰ ਜਨਮ ਲੈਂਦਾ ਹੈ, ਸਭ ਤੋਂ ਪਹਿਲਾਂ ਮਾਤਾ ਪਿਤਾ ਦੇ ਹੀ ਮੱਥੇ ਲੱਗਦਾ ਹੈ। ਇਸ ਲਈ ਮਾਤਾ ਪਿਤਾ ਨੂੰ ਪੁੱਤਰ ਦੇ ਜਨਮ ਦੀ ਮਹਾਨ ਪ੍ਰਸੰਨਤਾ ਤੇ ਖੁਸ਼ੀ ਹੁੰਦੀ ਹੈ। ਜਿਸ ਕੀ ਵਸਤ ਤਿਸ ਚੇਤਹੁ ਪ੍ਰਾਣੀ, ਕਰ ਹਿਰਦੈ ਗੁਰਮੁਖ ਵਿਚਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਜੀਵ ਰੂਪ ਵਣਜਾਰਿਆ ਮਿੱਤਰਾ, ਜਿਸ ਦੀ ਇਹ ਵਸਤੂ ਹੈ, ਇਹਦਾ ਮਤਲਬ ਉਹ ਚਾਹੇ ਪੁੱਤਰ ਹੈ, ਚਾਹੇ ਧੀ ਹੈ, ਚਾਹੇ ਕੋਈ ਹੋਰ ਪਦਾਰਥ ਹੈ, ਚਾਹੇ ਮਾਤਾ ਪਿਤਾ ਨੇ, ਚਾਹੇ ਭੈਣ ਭਰਾ ਨੇ, ਇਹ ਸਭ ਵਾਹਿਗੁਰੂ ਪਰਮੇਸ਼ਰ ਦੀਆਂ ਦਾਤਾਂ ਹਨ। ਹਜ਼ੂਰ ਕਹਿੰਦੇ, ਜਿਸ ਕੀ ਵਸਤ, ਜਿਸ ਦੀ ਇਹ ਵਸਤੂ ਹੈ, ਜਿਸ ਦੀ ਇਹ ਦਾਤ ਹੈ, ਬਈ ਉਸ ਨੂੰ ਚੇਤੇ ਕਰੋ। ਹਜ਼ੂਰ ਕਹਿੰਦੇ ਨੇ, ਕਰ ਹਿਰਦੈ ਗੁਰਮੁਖ ਵਿਚਾਰ, ਤੇ ਭਾਈ ਗੁਰੂ ਦੁਆਰਾ ਆਪਣੇ ਹਿਰਦੇ ਵਿੱਚ ਇਸ ਗੱਲ ਦੀ ਵਿਚਾਰ ਵੀ ਕਰੋ ਬਈ ਇਹ ਦਾਤਾਂ ਸਾਰੀਆਂ ਅਕਾਲ ਪੁਰਖ ਦੀਆਂ ਬਖਸ਼ੀਆਂ ਹੋਈਆਂ ਹਨ। ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਤੇ ਸਿਮਰਨ ਹਮੇਸ਼ਾ ਲਈ ਕਰਦੇ ਰਹਿਣਾ ਚਾਹੀਦਾ ਹੈ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹਰ ਜਪੀਐ ਕਿਰਪਾ ਧਾਰ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਜੀਵ ਇਸ ਪਹਿਲੇ ਪਹਿਰ ਦੇ ਅੰਦਰ ਹਰ ਜਪੀਐ ਕਿਰਪਾ ਧਾਰ, ਤੋਂ ਉਸ ਕਿਰਪਾ ਨੂੰ ਧਾਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਰਿਹਾ ਸੀ ਤੇ ਤੈਨੂੰ ਹੁਣ ਵੀ ਜਪਣਾ ਚਾਹੀਦਾ ਹੈ। ਦੂਜੈ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਮਨ ਲਾਗਾ ਦੂਜੈ ਪਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਜੀਵ ਰੂਪ ਵਣਜਾਰਿਆ ਮਿੱਤਰਾ, ਜਦੋਂ ਜ਼ਿੰਦਗੀ ਰੂਪੀ ਰਾਤ ਦਾ ਦੂਜਾ ਪਹਿਰ ਸ਼ੁਰੂ ਹੋਇਆ, ਭਾਵ ਤੇਰੀ ਕੋਈ 4-5 ਸਾਲ ਦੀ ਉਮਰ ਹੋ ਗਈ, ਤੂੰ ਹੋਸ਼ ਸੰਭਾਲੀ, ਮਨ ਲਾਗਾ ਦੂਜਾ ਪਾਏ, ਉਸ ਵੇਲੇ ਤੇਰਾ ਮਨ ਦੂਜੇ ਹੋਰ ਚੀਜ਼ਾਂ ਦੇ ਪ੍ਰੇਮ ਦੇ ਵਿੱਚ ਲੱਗ ਗਿਆ, ਭਾਵ ਵਾਹਿਗੁਰੂ ਦੇ ਨਾਲੋਂ ਸਿਮਰਨ ਦੇ ਨਾਲੋਂ ਤੇਰੀ ਸੁਰਤ ਟੁੱਟ ਗਈ ਤੇ ਤੇਰਾ ਮਨ ਸੰਸਾਰ ਦੇ ਵਿੱਚ ਖਚਤ ਹੋ ਗਿਆ। ਮੇਰਾ ਮੇਰਾ ਕਰ ਪਾਲੀਐ ਵਣਜਾਰਿਆ ਮਿੱਤਰਾ, ਲੈ ਮਾਤ ਪਿਤਾ ਗਲ ਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਜੀਵ ਰੂਪ ਵਣਜਾਰਿਆ ਮਿੱਤਰਾ, ਜਿਹੜੇ ਮਾਤਾ ਪਿਤਾ ਹੁੰਦੇ ਨੇ, ਉਹ ਵੀ ਇਹ ਮੇਰਾ ਪੁੱਤਰ ਹੈ, ਮੇਰਾ ਬੇਟਾ ਹੈ, ਮੇਰਾ ਸਨ ਹੈ, ਇਉਂ ਕਹਿ ਕਹਿ ਕੇ ਉਸ ਦੀ ਪਾਲਣਾ ਪੋਸ਼ਣਾ ਕਰਦੇ ਨੇ। ਤੇ ਫਿਰ ਲੈ ਮਾਤ ਪਿਤਾ ਗਲ ਲਾਏ, ਜਦੋਂ ਬੱਚਾ ਖੇਡਦਾ ਖੇਡਦਾ ਘਰ ਆਉਂਦਾ ਹੈ ਤੇ ਮਾਤਾ ਪਿਤਾ ਉਸ ਨੂੰ ਆਪਣੀ ਗਲ ਦੇ ਨਾਲ ਲਾਉਂਦੇ ਹਨ। ਲਾਵੇ ਮਾਤ ਪਿਤਾ ਸਦਾ ਗਲ ਸੇਤੀ, ਮਨ ਜਾਣੇ ਖਟ ਖਵਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਾਤਾ ਪਿਤਾ ਹਮੇਸ਼ਾ ਲਈ ਆਪਣੇ ਪੁੱਤਰ ਨੂੰ ਆਪਣੇ ਗਲ ਦੇ ਨਾਲ ਇਸ ਲਈ ਲਾਉਂਦੇ ਹਨ, ਉਹਨਾਂ ਨੂੰ ਬੜੀਆਂ ਆਸਾਂ ਉਮੀਦਾਂ ਹੁੰਦੀਆਂ ਨੇ। ਉਹ ਜਾਣਦੇ ਨੇ ਆਪਣੇ ਮਨ ਵਿੱਚ, ਮਨ ਜਾਣੇ ਖਟ ਖਵਾਏ, ਇਹ ਜਦੋਂ ਸਾਡਾ ਪੁੱਤਰ ਵੱਡਾ ਹੋ ਗਿਆ ਤੇ ਇਹ ਪੜ੍ਹ ਲਿਖ ਕੇ ਕੰਮ ਕਰੇਗਾ, ਕਮਾਈ ਕਰੇਗਾ ਤੇ ਸਾਨੂੰ ਖਵਾਏਗਾ, ਸਾਡੀ ਸੇਵਾ ਕਰੇਗਾ। ਇਹਨਾਂ ਆਸਾਂ ਉਮੀਦਾਂ ਦੇ ਨਾਲ ਮਾਤਾ ਪਿਤਾ ਬੱਚਿਆਂ ਦੀ ਪਰਵਰਿਸ਼ ਕਰਦੇ ਹਨ। ਜੋ ਦੇਵੈ ਤਿਸੈ ਨਾ ਜਾਣੇ ਮੂੜਾ, ਦਿੱਤੇ ਨੋ ਲਪਟਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਦੇਣ ਵਾਲਾ ਦਾਤਾ ਹੈ ਅਕਾਲ ਪੁਰਖ, ਇਹ ਮੂਰਖ ਮਨ ਉਸਨੂੰ ਤੇ ਕੁਛ ਜਾਣਦਾ ਹੀ ਨਹੀਂ। ਦਿੱਤੇ ਨੂੰ ਲਪਟਾਏ, ਜੋ ਉਸ ਵਾਹਿਗੁਰੂ ਪਰਮੇਸ਼ਰ ਨੇ ਕੋਈ ਪਦਾਰਥ ਦਿੱਤਾ ਹੈ, ਚਾਹੇ ਪੁੱਤਰ ਹੈ, ਚਾਹੇ ਧੀ ਹੈ, ਚਾਹੇ ਕੋਈ ਹੋਰ ਪਦਾਰਥ ਹੈ, ਉਹਦੇ ਵਿੱਚ ਖਚਤ ਹੋ ਜਾਂਦਾ ਹੈ, ਦੇਣ ਵਾਲੇ ਦਾਤੇ ਨੂੰ ਭੁੱਲ ਜਾਂਦਾ ਹੈ ਤੇ ਜਿਹੜੀਆਂ ਦਿੱਤੀਆਂ ਹੋਈਆਂ ਵਸਤਾਂ ਨੇ ਉਹਨਾਂ ਦੇ ਮੋਹ ਪਿਆਰ ਦੇ ਵਿੱਚ ਖਚਤ ਹੋ ਜਾਂਦਾ ਹੈ। ਕੋਈ ਗੁਰਮੁਖ ਹੋਵੇ ਸੋ ਕਰੈ ਵਿਚਾਰ, ਹਰ ਧਿਆਵੇ ਮਨ ਲਿਵ ਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਾਂ ਜੇ ਕੋਈ ਗੁਰਮੁਖ ਵਿਅਕਤੀ ਹੋਵੇ, ਉਹ ਇਸ ਗੱਲ ਦੀ ਵਿਚਾਰ ਕਰਦਾ ਹੈ ਵੀ ਇਹ ਦਾਤਾਂ ਤੇ ਵਾਹਿਗੁਰੂ ਦੀਆਂ ਨੇ, ਹਰ ਧਿਆਵੇ ਮਨ ਲਿਵ ਲਾਏ, ਫਿਰ ਉਹ ਆਪਣੇ ਮਨ ਦੇ ਅੰਦਰ ਲਿਵ ਲਾ ਕੇ ਚਿੱਤ ਬਿਰਤੀ ਨੂੰ ਵਾਹਿਗੁਰੂ ਦੇ ਨਾਲ ਜੋੜ ਕੇ ਤੇ ਫਿਰ ਉਸ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਕਹੋ ਨਾਨਕ ਦੂਜੈ ਪਹਿਰੈ ਪ੍ਰਾਣੀ, ਤਿਸ ਕਾਲ ਨ ਕਬਹੂ ਖਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਜ਼ਿੰਦਗੀ ਰੂਪੀ ਰਾਤ ਦੇ ਦੂਜੇ ਪਹਿਰ ਬਾਲ ਅਵਸਥਾ ਦੇ ਅੰਦਰ ਇਹ ਜਿਹੜਾ ਜੀਵ ਹੈ, ਜੇ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦੇਵੇ, ਤਿਸ ਕਾਲ ਨਾ ਕਬਹੂ ਖਾਏ, ਫਿਰ ਉਹਨੂੰ ਕਾਲ ਕਦੇ ਵੀ ਨਹੀਂ ਖਾ ਸਕਦਾ, ਕਿਉਂਕਿ ਵਾਹਿਗੁਰੂ ਦਾ ਨਾਮ ਕਾਲ ਦੇ ਭੈ ਤੋਂ ਮੁਕਤ ਕਰ ਦਿੰਦਾ ਹੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਪਾਉ ਸਭ ਗੁਆਸੀ। ਸਿਮਰਨ ਦੇ ਨਾਲ ਕਾਲ ਦਾ ਭੈ ਵੀ ਦੂਰ ਹੋ ਜਾਂਦਾ ਹੈ। ਤੀਜੈ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਮਨ ਲੱਗਾ ਆਲ ਜੰਜਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਇੱਥੇ ਜਵਾਨੀ ਨੂੰ ਤੀਸਰਾ ਪਹਿਰ ਜ਼ਿੰਦਗੀ ਰੂਪੀ ਰਾਤ ਦਾ ਬਿਆਨ ਕਰਦੇ ਹਨ। ਤੀਜੈ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਕਿ ਇਹ ਜੀਵ ਰੂ ਵਣਜਾਰਿਆ ਮਿੱਤਰਾ, ਇਸ ਜ਼ਿੰਦਗੀ ਰੂਪੀ ਰਾਤ ਦੇ ਤੀਜੇ ਪਹਿਰ ਦੇ ਅੰਦਰ, ਭਾਵ ਜਦੋਂ ਤੇਰੇ ਤੇ ਜਵਾਨੀ ਆਉਂਦੀ ਹੈ, ਕੰਮਕਾਰ ਕਰਨ ਲੱਗਦਾ ਹੈ, ਮਨ ਲੱਗਾ ਆਲ ਜੰਜਾਲ, ਉਸ ਵੇਲੇ ਤੇਰਾ ਮਨ ਵੀ ਆਲ ਜੰਜਾਲ ਦਾ ਅਰਥ ਹੈ ਜਿਹੜੇ ਘਰ ਦੇ ਜੰਜਾਲ ਨੇ, ਘਰ ਦੇ ਧੰਦੇ ਨੇ, ਉਹਨਾਂ ਦੇ ਵਿੱਚ ਤੇਰਾ ਮਨ ਲੱਗ ਗਿਆ। ਧਨ ਚਿਤ ਵੈ ਧਨ ਸੰਚ ਵੈ ਵਣਜਾਰਿਆ ਮਿੱਤਰਾ, ਹਰ ਨਾਮ ਹਰ ਨ ਸੰਭਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜੀਵ ਰੂ ਵਣਜਾਰਿਆ ਮਿੱਤਰਾ,
ਜਦੋਂ ਤੇਰੇ ਤੇ ਜਵਾਨੀ ਆਉਂਦੀ ਹੈ, ਕੁਛ ਕਰਨ ਦੀ ਅਵਸਥਾ ਤੇ ਮਨ ਵਿੱਚ ਖਿਆਲ ਆਉਂਦਾ ਹੈ, ਧਨ ਚਿਤਵੈ, ਉਸ ਵੇਲੇ ਧਨ ਦੀ ਹੀ ਸੋਚ ਕਰਦੇ ਤੇ ਧਨ ਸੰਚਵੈ ਤੇ ਧਨ ਹੀ ਇਕੱਠਾ ਕਰਦੇ। ਪਹਿਲਾਂ ਧਨ ਬਾਰੇ ਸੋਚਦੇ ਹਾਂ ਵੀ ਮੈਨੂੰ ਮਾਇਆ ਜ਼ਿਆਦਾ ਕਿਵੇਂ ਮਿਲ ਸਕਦੀ ਹੈ, ਫਿਰ ਅੱਗੇ ਸਾਧਨ ਜਟਾਉਣਾ ਬਈ ਮੈਂ ਕੋਈ ਬਿਜ਼ਨਸ ਕਰਾਂ, ਕੋਈ ਨੌਕਰੀ ਚਾਕਰੀ ਕਰਾਂ, ਕੋਈ ਕੁਝ ਹੋਰ ਕਰਾਂ। ਇਉਂ ਪਹਿਲਾਂ ਧਨ ਦੀ ਚਿਤਵਣੀ ਹੁੰਦੀ ਹੈ, ਧਨ ਦੀ ਸੋਚ ਹੁੰਦੀ ਹੈ, ਫਿਰ ਆਦਮੀ ਸਾਧਨ ਜਟਾਉਂਦਾ ਹੈ ਤੇ ਫਿਰ ਅੱਗੇ ਮਾਇਆ ਨੂੰ ਧਨ ਨੂੰ ਇਕੱਤਰ ਵੀ ਕਰਦਾ ਹੈ। ਹਜ਼ੂਰ ਕਹਿੰਦੇ ਨੇ ਹਰ ਨਾਮਾ ਹਰ ਨਾ ਸੰਭਾਲ। ਇਹ ਮਨੁੱਖ ਜਵਾਨੀ ਵਿੱਚ ਜਿਹੜਾ ਮਾਇਕੀ ਧਨ ਹੈ, ਸੰਸਾਰੀ ਧਨ ਹੈ, ਇਹਨੂੰ ਤੇ ਸੋਚਦਾ ਹੈ, ਇਹਨੂੰ ਇਕੱਤਰ ਵੀ ਕਰਦਾ ਹੈ, ਪਰ ਜਿਹੜਾ ਅਸਲੀ ਧਨ ਵਾਹਿਗੁਰੂ ਦਾ ਨਾਮ ਹੈ, ਹਰ ਨਾਮਾ ਹਰ ਨਾ ਸੰਭਾਲ, ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਕਦੀ ਵੀ ਨਹੀਂ ਸੰਭਾਲਦਾ। ਹਰ ਨਾਮ ਹਰ ਹਰ ਕਦੇ ਨਾ ਸੰਭਾਲੈ, ਜੇ ਹੋਵੇ ਅੰਤ ਸਖਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਰੂਪੀ ਵਣਜਾਰਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਕਦੇ ਵੀ ਨਹੀਂ ਸੰਭਾਲਦਾ, ਕਿਉਂਕਿ ਜਵਾਨ ਅਵਸਥਾ ਦੇ ਵਿੱਚ ਮਨੁੱਖ ਦੀ ਧਰਮ ਵਾਲੇ ਪਾਸੇ ਰੁਚੀ ਬਹੁਤ ਘੱਟ ਹੁੰਦੀ ਹੈ। ਆਮ ਲੋਕਾਂ ਦਾ ਕੁਝ ਖਿਆਲ ਹੀ ਐਸਾ ਬਣਿਆ ਹੋਇਆ ਹੈ, ਉਹ ਕਹਿੰਦੇ ਨੇ ਜਿਹੜੀ ਬਾਲ ਅਵਸਥਾ ਖੇਡਣ ਵਾਸਤੇ ਹੈ ਤੇ ਜਵਾਨੀ ਐਸ਼ ਕਰਨ ਵਾਸਤੇ ਹੈ। ਹਾਂ, ਜਦੋਂ ਕੋਈ ਆਦਮੀ ਬਿਰਧ ਹੋ ਜਾਂਦਾ ਹੈ ਵੀ ਉਸ ਵੇਲੇ ਕੋਈ ਮਾੜਾ ਮੋਟਾ ਕੋਈ ਜਪ ਤਪ ਕਰਨਾ ਤੇ ਧਰਮ ਕਰਮ ਕਰਨਾ, ਉਸ ਵੇਲੇ ਕਰਨਾ ਚਾਹੀਦਾ, ਪਰ ਪਹਿਲਾਂ ਕੋਈ ਲੋੜ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਨੇ ਹਰ ਨਾਮਾ ਹਰ ਹਰ ਕਦੇ ਨਾ ਸੰਭਾਲੇ। ਜਵਾਨੀ ਅਵਸਥਾ ਦੇ ਵਿੱਚ ਇਹ ਮਨੁੱਖ ਕਦੇ ਭੁੱਲ ਕੇ ਵੀ ਵਾਹਿਗੁਰੂ 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 ਪ੍ਰਭੂ ਦੇ ਨਾਮ ਨੂੰ ਨਹੀਂ ਸੰਭਾਲਦਾ। ਜੇ ਹੋਵੇ ਅੰਤ ਸਖਾਈ, ਵੀ ਜਿਹੜਾ ਆਂਦੇ ਸਮੇਂ ਸਖਾਈ ਸਹਾਈ ਹੁੰਦਾ ਹੈ। ਇਹੋ ਧਨ ਸੰਪੈ ਮਾਇਆ ਝੂਠੀ, ਅੰਤ ਛੋੜ ਚਲਿਆ ਪਛਤਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਵਾਨ ਅਵਸਥਾ ਦੇ ਵਿੱਚ ਜਿਸ ਧਨ ਨੂੰ ਇਕੱਤਰ ਕਰਦਾ ਹੈ ਤੇ ਨਾਲ ਹੀ ਸੰਪੈ ਦਾ ਅਰਥ ਹੋਰ ਜਿਹੜੀ ਕੋਈ ਵਿਭੂਤੀ ਐਸ਼ਵਰਜ ਦੌਲਤ ਮਾਇਆ ਇਕੱਠੀ ਕਰਦਾ ਹੈ, ਇਹ ਸਭ ਕੁਝ ਤੇ ਝੂਠਾ ਹੀ ਹੈ। ਇਹ ਧਨ ਵੀ ਝੂਠਾ ਹੈ, ਵਿਭੂਤੀ ਵੀ, ਮਾਲ ਅਸਬਾਬ ਵੀ ਤੇ ਮਾਇਆ ਵੀ ਝੂਠੀ ਹੈ। ਅੰਤ ਛੋੜ ਚਲਿਆ ਪਛਤਾਈ, ਜਦੋਂ ਅੰਤ ਦਾ ਸਮਾਂ ਆ ਜਾਂਦਾ ਹੈ ਤੇ ਸਭ ਕੁਝ ਇਸ ਨੂੰ ਛੱਡ ਕੇ ਜਾਣਾ ਪੈਂਦਾ। ਤੇ ਜਦੋਂ ਸਾਰੀ ਜ਼ਿੰਦਗੀ ਤਾਂ ਮਨੁੱਖ ਮਾਇਆ ਇਕੱਠੀ ਕਰਦਾ ਰਹਿੰਦਾ ਹੈ, ਧਨ ਦੌਲਤ ਨੂੰ ਇਕੱਤਰ ਕਰਨ ਦੇ ਵਿੱਚ ਸਮਾਂ ਬਰਬਾਦ ਕਰ ਦਿੰਦਾ ਹੈ, ਪਰ ਜਦੋਂ ਅੰਤ ਦਾ ਸਮਾਂ ਆਉਂਦਾ ਉਸ ਵੇਲੇ ਸਭ ਕੁਝ ਛੱਡ ਕੇ ਹੀ ਜਾਣਾ ਪੈਂਦਾ ਤੇ ਉਸ ਵੇਲੇ ਪਛਤਾਉਂਦਾ ਵੀ ਹੈ, ਬਈ ਮੈਂ ਤੇ ਇਹ ਸੋਚਿਆ ਸੀ ਵੀ ਇਹ ਮਾਇਆ ਸ਼ਾਇਦ ਅੱਗੇ ਵੀ ਮੇਰੇ ਨਾਲ ਜਾਵੇ, ਪਰ ਇਹਨੇ ਤਾਂ ਮੈਨੂੰ ਸਾਥ ਹੀ ਨਾ ਦਿੱਤਾ। ਇਸ ਢੰਗ ਦੇ ਨਾਲ ਪਛਤਾਉਂਦਾ ਹੋਇਆ ਇਥੋਂ ਅੱਗੇ ਤੁਰ ਜਾਂਦਾ ਹੈ। ਜਿਸਨੂੰ ਕਿਰਪਾ ਕਰੇ ਗੁਰ ਮੇਲੇ, ਸੋ ਹਰ ਹਰ ਨਾਮ ਸੰਭਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਉਤੇ ਮੇਰਾ ਵਾਹਿਗੁਰੂ ਕਿਰਪਾ ਕਰੇ ਉਸ ਨੂੰ ਪੂਰੇ ਗੁਰੂ ਨੂੰ ਮੇਲ ਦਿੰਦਾ, ਸੋ ਹਰ ਹਰ ਨਾਮ ਸੰਭਾਲ। ਤੇ ਬਈ ਉਹ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਸੰਭਾਲਦਾ ਹੈ। ਕਹੋ ਨਾਨਕ ਤੀਜੈ ਪਹਿਰੈ ਪ੍ਰਾਣੀ, ਸੇ ਜਾਏ ਮਿਲੈ ਹਰ ਨਾਲ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਪ੍ਰਾਣਾਧਾਰੀ ਜੀਵ ਜਿਹੜੇ ਮਨੁੱਖ ਇਸ ਜ਼ਿੰਦਗੀ ਰੂਪੀ ਰਾਤ ਦੇ ਤੀਜੇ ਪਹਿਰ ਜਵਾਨ ਅਵਸਥਾ ਦੇ ਅੰਦਰ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਸੇ ਜਾਏ ਮਿਲੇ ਹਰ ਨਾਲ, ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਜਾ ਕੇ ਮਿਲ ਗਏ। ਕਿਉਂਕਿ ਨਾਮ ਜਪਣ ਵਾਲਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਹੀ ਜਾ ਕੇ ਮਿਲਦਾ ਹੈ। ਸਤਿਗੁਰੂ ਦੇ ਬਚਨ ਹੈ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਹਰ ਹਰ ਜਨ ਦੋਈ ਏਕ ਹੈ, ਬੇਬੇ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹੇ। ਇਸ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ, ਉਹ ਉਸੇ ਵਾਹਿਗੁਰੂ ਦੇ ਨਾਲ ਹੀ ਜਾ ਕੇ ਮਿਲ ਜਾਂਦੇ ਹਨ। ਚੌਥੈ ਪਹਿਰੈ ਰਹਿਣ ਕੈਵਣ ਜਾਰਿਆ ਮਿੱਤਰਾ, ਹਰ ਚੱਲਣ ਵੇਲਾ ਆਂਦੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਜਿਹੜੀ ਚੌਥੀ ਬਿਰਧ ਅਵਸਥਾ ਹੈ,
ਉਹਦੇ ਬਾਰੇ ਦੱਸਦੇ ਹਨ। ਚੌਥਾ ਪਹਿਰੈ ਰੈਣ ਕੈ ਵਣਜਾਰਿਆ ਮਿੱਤਰਾ। ਇਹ ਜੀਵ ਰੂਪ ਵਣਜਾਰਿਆ ਮਿੱਤਰਾ, ਇਸ ਜ਼ਿੰਦਗੀ ਰੂਪੀ ਰਾਤ ਦੇ ਚੌਥੇ ਪਹਿਰ ਦੇ ਅੰਦਰ, ਭਾਵ ਬਿਰਧ ਅਵਸਥਾ ਦੇ ਅੰਦਰ, ਹਰ ਚੱਲਣ ਵੇਲਾ ਆਂਦੀ। ਜਿਹੜਾ ਚੱਲਣ ਦਾ ਵੇਲਾ ਆਂਦੀ ਦਾ ਅਰਥ ਉਹ ਨੇੜੇ ਆ ਜਾਂਦਾ ਹੈ। ਅੱਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ। ਸਾਰੀ ਉਮਰ ਲੰਘ ਜਾਂਦੀ ਹੈ ਤੇ ਬਿਰਧ ਅਵਸਥਾ ਵਿੱਚ ਅੱਗੇ ਜਾਣ ਦਾ ਸਮਾਂ ਨੇੜੇ ਆ ਜਾਂਦਾ ਹੈ। ਕਰ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ, ਸਭ ਚੱਲੀ ਰਹਿਣ ਵਿਹਾਂਦੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਬਿਰਧ ਅਵਸਥਾ ਦੇ ਵਿੱਚ ਚਲੇ ਗਏ ਨੇ, ਉਹਨਾਂ ਨੂੰ ਉਪਦੇਸ਼ ਦਿੰਦੇ ਹਨ, ਕਰ ਸੇਵੋ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ। ਇਹ ਜੀਵ ਰੂ ਵਣਜਾਰਿਆ ਮਿੱਤਰਾ, ਜੇ ਤੂੰ ਬਾਲ ਅਵਸਥਾ ਦੇ ਅੰਦਰ ਤੇ ਯੁਵਾ ਅਵਸਥਾ ਦੇ ਵਿੱਚ ਵੀ ਕੋਈ ਸੇਵਾ ਸਿਮਰਨ ਭਗਤੀ ਨਹੀਂ ਕਰ ਸਕਿਆ, ਹੁਣ ਬਿਰਧ ਅਵਸਥਾ ਹੋ ਗਈ ਹੈ, ਬੱਚੇ ਵੀ ਜਵਾਨ ਹੋ ਗਏ ਨੇ, ਕੰਮਕਾਰ ਉਹਨਾਂ ਨੇ ਸੰਭਾਲ ਲਿਆ ਹੈ, ਤੇ ਤੈਨੂੰ ਹੁਣ ਸੇਵਾ ਦੇ ਵਿੱਚ ਜੁਟ ਜਾਣਾ ਚਾਹੀਦਾ। ਕਰ ਸੇਵੋ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ। ਕਰ ਦਾ ਅਰਥ ਹੈ ਹੱਥ। ਤੂੰ ਹੱਥਾਂ ਦੇ ਨਾਲ ਪੂਰੇ ਸਤਿਗੁਰੂ ਦੀ ਸੇਵਾ ਕਰ। ਗੁਰਦੁਆਰੇ ਜਾ, ਝਾੜੂ ਬਹਾਰੂ ਦੀ ਸੇਵਾ ਕਰ ਅਤੇ ਲੰਗਰ ਤਿਆਰ ਕਰ, ਭਾਂਡੇ ਮਾਂਜ। ਇਸ ਤਰ੍ਹਾਂ ਦੀ ਗੁਰੂ ਘਰ ਜਾ ਕੇ ਹੱਥਾਂ ਨਾਲ ਸੇਵਾ ਕਰ। ਸਭ ਚੱਲੀ ਰਹਿਣ ਵਿਹਾਂਦੀ। ਇਹ ਜਿਹੜੀ ਤੇਰੀ ਅਵਸਥਾ ਰੂਪੀ ਰਾਤ ਹੈ ਨਾ, ਹੌਲੀ ਹੌਲੀ ਬੀਤਦੀ ਜਾ ਰਹੀ ਹੈ ਤੇ ਹੁਣ ਇਹ ਕਾਲ ਦਾ ਦਿਨ ਵੀ ਚੜ੍ਹਨ ਵਾਲਾ ਹੈ।